ਵਿਦਿਆਰਥੀਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਾਂ 9ਵੀਂ ਜਮਾਤ ਦਾ ਪਹਿਲਾ ਅਧਿਆਇ ਵਹਿਮੀ ਤਾਇਆ ਕਰਾਂਗੇ। ਵਹਿਮੀ ਤਾਇਆ ਇਹ ਸੂਬਾ ਸਿੰਘ ਦਾ ਲਿਖਿਆ ਹੋਇਆ ਹੈ। ਲੇਖਕ ਬਾਰੇ ਥੋੜ੍ਹੀ ਜਿਹੀ ਜਾਣ ਪਛਾਣ ਦੀ ਗੱਲ ਕਰੀਏ ਤਾਂ ਸੂਬਾ ਸਿੰਘ ਦਾ ਜਨਮ 1912 ਈਸਵੀ ਵਿੱਚ ਪਿੰਡ ਉਦੋਂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਰਾਮ ਸਿੰਘ ਸੀ ਅਤੇ ਉਹਨਾਂ ਨੇ MA ਹਿਸਾਬ ਦੀ ਕੀਤੀ ਹੋਈ ਸੀ। ਹਿਸਾਬ ਮਤਲਬ ਮੈਥਸ ਦੀ ਕੀਤੀ ਹੋਈ ਸੀ। ਫਿਰ ਉਹ ਫੌਜ ਵਿੱਚ ਭਰਤੀ ਹੋ ਗਏ। ਦੂਜੇ ਸੰਸਾਰ ਯੁੱਧ ਦੇ ਵਿੱਚ ਉਹਨਾਂ ਨੇ ਜਾਪਾਨੀਆਂ ਦੀ ਕੈਦ ਵੀ ਕੱਟੀ। ਇਸ ਤੋਂ ਬਾਅਦ ਸੂਬਾ ਸਿੰਘ ਕੁਝ ਸਮਾਂ ਸਿੰਗਾਪੁਰ ਅਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਵੀ ਕੈਦ ਰਹੇ। ਉਹਨਾਂ ਨੇ ਸਾਹਿਤਕ ਜੀਵਨ ਪੱਤਰਕਾਰੀ ਤੋਂ ਸ਼ੁਰੂ ਕੀਤਾ ਅਤੇ ਅਖਬਾਰਾਂ ਦੀ ਸੰਪਾਦਕੀ ਵੀ ਕੀਤੀ। ਫਿਰ ਉਹ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਵੀ ਰਹੇ। ਇਸ ਪਿੱਛੋਂ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਉਂਤ ਅਤੇ ਵਿਕਾਸ ਦੇ ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਕੱਤਰੇਤ ਵਿੱਚ ਪ੍ਰੈਸ ਸਕੱਤਰ ਦੇ ਤੌਰ ਦੇ ਉੱਤੇ ਵੀ ਨੌਕਰੀ ਕੀਤੀ। ਸੂਬਾ ਸਿੰਘ ਹਾਸ ਵਿਅੰਗ ਦਾ ਲੇਖਕ ਕਰਕੇ ਜਾਣਿਆ ਜਾਂਦਾ ਸੀ, ਜਿਸ ਕਰਕੇ ਉਹਨਾਂ ਨੂੰ ਬੜੀ ਹੀ ਗੰਭੀਰਤਾ ਵਾਲੀ ਗੱਲ ਨੂੰ ਵੀ ਹਾਸੇ ਦੀ ਸੁਰ ਵਿੱਚ ਪੇਸ਼ ਕਰਨ ਦਾ ਉਹਨਾਂ ਵਿੱਚ ਹੁਨਰ ਸੀ ਅਤੇ ਹਾਸੇ ਵਾਲੀ ਗੱਲ ਨੂੰ ਵੀ ਉਹ ਬਹੁਤ ਹੀ ਗੰਭੀਰਤਾ ਦੀ ਸੁਰ ਦੇ ਵਿੱਚ ਕਹਿ ਸਕਦੇ ਸਨ। ਇਸ ਤਰ੍ਹਾਂ ਪਾਠਕ ਉਹਨਾਂ ਦੀਆਂ ਰਚਨਾਵਾਂ ਨੂੰ ਬਹੁਤ ਹੀ ਸੋਝ ਸਵਾਦ ਦੇ ਨਾਲ ਪੜ੍ਹਦੇ ਸੀ ਅਤੇ ਆਪਣਾ ਇੰਟਰਸਟ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਦਿਖਾਉਂਦੇ ਸੀ। ਤਾਂ ਇਸ ਤੋਂ ਇਲਾਵਾ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਕਵਿਤਾ ਦੇ ਖੇਤਰ ਵਿੱਚ ਉਹਨਾਂ ਦੀ ਜੋ ਰਚਨਾ ਹੈ ਹੀਰ ਸੂਬਾ ਸਿੰਘ ਬਹੁਤ ਹੀ ਮਕਬੂਲ ਹੋਈ। ਅੱਗ ਤੇ ਪਾਣੀ, ਧੁੱਪਾਂ ਦੇ ਪਰਛਾਵਿਆਂ ਥੱਲੋਂ, ਗਲਤੀਆਂ ਅਤੇ ਅਲੋਪ ਹੋ ਰਹੇ ਚੇਟਕ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਸਨ, ਜਿਨ੍ਹਾਂ ਨੂੰ ਉਹਨਾਂ ਨੇ ਸਾਹਿਤ ਦੀ ਝੋਲੀ ਵਿੱਚ ਪਾਇਆ। ਇਸ ਤਰ੍ਹਾਂ ਉਹਨਾਂ ਨੇ ਹਾਸੇ ਵਿਅੰਗ ਦੇ ਨਾਲ ਨਾਲ ਹੋਰ ਵੀ ਬਹੁਤ ਸਾਰਾ ਜੋ ਸਾਹਿਤ ਸੀ ਉਹ ਰਚਿਆ। ਹੁਣ ਅਸੀਂ ਜੇ ਮੂਲ ਪਾਠ ਦੀ ਗੱਲ ਕਰੀਏ ਤਾਂ ਵਹਿਮੀ ਤਾਇਆ ਮੂਲ ਪਾਠ ਕੀ ਕਹਿੰਦਾ ਹੈ, ਕੁਝ ਇਸ ਤਰ੍ਹਾਂ ਹੈ। ਤਾਇਆ ਮਨਸਾ ਰਾਮ। ਤਾਇਆ ਮਨਸਾ ਰਾਮ ਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਆਖਦਾ ਵੀ ਹੈ। ਮੁਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ। ਵਹਿਮ ਕੋਵਾੜ ਤੋਂ ਵੀ ਤਾਏ ਮਨਸਾ ਰਾਮ ਨੂੰ ਉੱਡ ਕੇ ਚੰਬੜਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਤਾਏ ਨੂੰ ਵੀ ਵਹਿਮਾਂ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਰਿਆ ਹੈ। ਉਸਨੇ ਸਾਰੀ ਜ਼ਿੰਦਗੀ ਉਸ ਦੇ ਨਾਲ ਨਿਭਾਈ ਅਤੇ ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉ ਆਇਆਂ ਨੂੰ ਆਖਿਆ ਅਤੇ ਗੱਲ ਨਾਲ ਲਾ ਕੇ ਰੱਖਿਆ। ਮਜਾਲ ਕਿ ਉਹਨਾਂ ਨੂੰ ਥੋੜ੍ਹੇ ਕਿਤੇ ਵਿਛੋੜਿਆ ਹੋਵੇ। ਕਹਿਣ ਦਾ ਮਤਲਬ ਇਹ ਪੂਰੇ ਪੈਰੇ ਦੇ ਵਿੱਚ ਕਿ ਜੋ ਤਾਇਆ ਮਨਸਾ ਰਾਮ ਹੈ ਉਸਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਕਹਿੰਦਾ ਹੈ, ਕਿਉਂਕਿ ਉਹ ਵਹਿਮਾਂ ਦੇ ਉੱਤੇ ਜ਼ਿਆਦਾ ਵਿਸ਼ਵਾਸ ਕਰਦਾ ਹੈ। ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਵਹਿਮ ਨੂੰ ਜੀ ਆਇਆਂ ਆਖਦਾ ਹੈ ਅਤੇ ਉਸ ਦੇ ਨਾਲ ਆਪਣਾ ਹਾਸਾ ਮਖੌਲ ਵੀ ਕਰਦਾ ਹੈ ਅਤੇ ਨਾਲ ਨਾਲ ਉਸਨੂੰ ਬੀਤਦਾ ਵੀ ਹੈ ਉਸ ਦੇ ਨਾਲ। ਅੱਗੇ ਦੇਖੋ, ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ ਤਾਂ ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ ਮੋਟੀ ਭੱਖ ਰਹਿੰਦੀ ਹੈ। ਭੱਖ ਦਾ ਮਤਲਬ ਬੁਖਾਰ ਰਹਿੰਦਾ ਹੈ। ਤਾਇਆ ਹੱਟੀ ਵਿੱਚ ਬੈਠਾ ਸੀ ਅਤੇ ਮੈਂ ਅੰਦਰ ਲੰਘਿਆ ਤਾਂ ਵੇਖਦਾ ਕੀ ਹਾਂ ਕਿ ਉੱਥੇ ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਅਤੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ। ਉਹਨੇ ਬਹੁਤਾ ਬਰੂ ਖਾ ਜਾਣ ਵਾਲੇ ਵੈੜਕੇ ਦੀਆਂ ਨਜ਼ਰਾਂ ਨਾਲ ਤੱਕਿਆ ਅਤੇ ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਅਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਅਤੇ ਕਹਿਣ ਲੱਗਾ, ਮੈਨੂੰ ਸਹੁਰੀ ਭੱਖ ਨਹੀਂ ਛੱਡਦੀ। ਬਥੇਰਾ ਓੜ ਪੋੜ ਕੀਤਾ ਈ, ਪਰ ਇਹ ਖਹਿੜਾ ਨਹੀਂ ਛੱਡਦੀ। ਇਹ ਆਖਣ ਪਿੱਛੋਂ ਉਹਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ ਖੰਘਣਾ ਆਰੰਭ ਦਿੱਤਾ, ਇੰਨੇ ਜ਼ੋਰ ਨਾਲ ਕਿ ਅੱਖੀਆਂ ਵਿੱਚੋਂ ਗਲੇਡੂ ਆ ਗਏ। ਕਹਿਣ ਦਾ ਮਤਲਬ ਕਿ ਜਦੋਂ ਤਾਏ ਮਨਸਾ ਰਾਮ ਨੇ ਆਪਣੀ ਨਬਜ਼ ਚੈੱਕ ਕੀਤੀ, ਥਰਮਾਮੀਟਰ ਨਾਲ ਆਪਣਾ ਬੁਖਾਰ ਚੈੱਕ ਕੀਤਾ ਅਤੇ ਉਹ ਲੇਖਕ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਇਹ ਭੱਖ ਛੱਡਦੀ ਹੀ ਨਹੀਂ। ਮੈਂ ਬਹੁਤ ਹੀ
ਜੋ ਇਲਾਜ ਹੈ ਉਹ ਘਰੇਲੂ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਮੇਰਾ ਖਹਿੜਾ ਨਹੀਂ ਛੱਡਦੀ, ਮਤਲਬ ਬੁਖਾਰ ਉਸ ਦਾ ਖਹਿੜਾ ਨਹੀਂ ਛੱਡਦਾ। ਅਤੇ ਇੰਨੇ ਵਿੱਚ ਹੀ ਕਹਿੰਦੇ ਉਹ ਇਸ ਤਰ੍ਹਾਂ ਖਾਂਸੀ ਕਰਨ ਲੱਗਿਆ ਜਿਵੇਂ ਕੋਈ ਗਾਂ ਜਾਂ ਪਸ਼ੂ ਜੋ ਹੈ ਉਹਦੇ ਗਲੇ ਵਿੱਚ ਵਾਲਾਂ ਦਾ ਗੁੱਛਾ ਅੜ ਗਿਆ ਹੋਵੇ ਅਤੇ ਉਹ ਜ਼ੋਰ ਨਾਲ ਖਾਂਸੀ ਕਰਦਾ ਹੈ। ਅਤੇ ਇੰਨੇ ਜ਼ੋਰ ਨਾਲ ਉਸਨੇ ਖਾਂਸੀ ਕੀਤੀ ਕਿ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਆ ਗਏ। ਗਲੇਡੂ ਮਤਲਬ ਹੰਝੂ। ਤਾਂ ਇਸ ਤਰ੍ਹਾਂ ਜੋ ਤਾਇਆ ਹੈ ਉਹ ਆਪਣੇ ਬੁਖਾਰ ਨੂੰ ਵੀ ਕੁਝ ਨਹੀਂ ਸਮਝਦਾ, ਪਰ ਉਹ ਥੋੜ੍ਹਾ ਬਹੁਤ ਚਿੰਤਿਤ ਹੈ। ਉਸ ਤੋਂ ਬਾਅਦ ਤੁਸੀਂ ਦੂਸਰਾ ਪੈਰਾਗ੍ਰਾਫ ਦੇਖੋ ਕਿ ਮੈਂ ਹਮਦਰਦੀ ਨਾਲ ਤਾਏ ਦੀ ਖੱਬੇ ਹੱਥ ਦੀ ਨਬਜ਼ ਉੱਤੇ ਹੱਥ ਰੱਖਿਆ। ਭੱਖ ਕੋਈ ਨਹੀਂ ਸੀ ਤਾਇਆ ਜੀ, ਭੱਖ ਤਾਂ ਕੋਈ ਨਹੀਂ, ਐਵੇਂ ਵਹਿਮ ਲਾਇਆ ਜੇ। ਕਦੇ ਠੰਡੇ ਪਿੰਡੇ ਵੀ ਤਾਪ ਚੜ੍ਹਿਆ। ਮਤਲਬ ਜੋ ਲੇਖਕ ਹੈ ਉਸਨੇ ਤਾਏ ਦੀ ਨਬਜ਼ ਉੱਤੇ ਹੱਥ ਰੱਖਿਆ ਅਤੇ ਚੈੱਕ ਕੀਤਾ ਕਿ ਉਹਨਾਂ ਨੂੰ ਬੁਖਾਰ ਤਾਂ ਹੈ ਨਹੀਂ। ਤਾਂ ਉਹਨਾਂ ਨੇ ਤਾਏ ਨੂੰ ਕਿਹਾ ਕਿ ਤੁਸੀਂ ਤਾਂ ਐਵੇਂ ਹੀ ਵਹਿਮ ਪਾਲ ਰੱਖਿਆ, ਠੰਡੇ ਪਿੰਡੇ ਕਦੀ ਵੀ ਬੁਖਾਰ ਨਹੀਂ ਚੜ੍ਹਦਾ ਹੁੰਦਾ। ਭਾਵ ਕਿ ਜਦੋਂ ਆਪਾਂ ਨੂੰ ਬੁਖਾਰ ਚੜ੍ਹਿਆ ਹੋਵੇ ਤਾਂ ਆਪਣਾ ਸਰੀਰ ਥੋੜ੍ਹਾ ਗਰਮ ਹੁੰਦਾ ਹੈ। ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜਕਿਆ। ਆ ਗਿਆ ਤੂੰ ਵੱਡਾ ਹਕੀਮ, ਕਰਤਾਰ ਚੰਦ ਦਾ ਚੇਲਾ। ਇੱਥੇ ਵੱਡੇ ਵੱਡੇ ਧਨੰਤਰ ਹਾਰ ਗਏ, ਤੂੰ ਕਿਹੜਿਆਂ 'ਚੋਂ ਹੈ? ਵਹਿਮ ਤੈਨੂੰ ਹੈ, ਮੈਨੂੰ ਨਹੀਂ, ਮੈਨੂੰ ਤਾਂ ਭੱਖ ਹੈ। ਜਦੋਂ ਲੇਖਕ ਨੇ ਉਹਨਾਂ ਨੂੰ ਠੰਡੇ ਪਿੰਡੇ ਤਾਪ ਨਾ ਚੜ੍ਹਨ ਦੀ ਗੱਲ ਕੀਤੀ ਤਾਂ ਤਾਇਆ ਬਿਲਕੁਲ ਗੁੱਸੇ ਨਾਲ ਬੋਲਿਆ ਕਿ ਤੂੰ ਬੜਾ ਵੱਡਾ ਹਕੀਮ ਆ ਗਿਆ, ਕਿ ਇੱਥੇ ਤਾਂ ਕਹਿੰਦੇ ਮੇਰੇ ਸਾਹਮਣੇ ਵੱਡੇ ਵੱਡੇ ਵੀ ਹਾਰ ਗਏ ਜਿਹੜੇ ਇਹ ਕਹਿਣ ਕਿ ਮੈਨੂੰ ਵਹਿਮ ਹੈ। ਕਹਿੰਦੇ ਤੈਨੂੰ ਵਹਿਮ ਹੋ ਸਕਦਾ, ਮੈਨੂੰ ਕੋਈ ਵਹਿਮ ਨਹੀਂ ਹੈ, ਮੈਨੂੰ ਤਾਂ ਭੱਖ ਹੈ, ਮਤਲਬ ਮੈਨੂੰ ਤਾਂ ਬੁਖਾਰ ਹੈ। ਇਹ ਆਖਦਿਆਂ ਤਾਏ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਅਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਉੱਤੇ ਰੱਖ ਲਈਆਂ। ਉਸਨੇ ਫਿਰ ਥਰਮਾਮੀਟਰ ਮੂੰਹ 'ਤੇ ਰੱਖਿਆ ਅਤੇ ਆਪਣੀ ਨਬਜ਼ ਚੈੱਕ ਕਰਨ ਲੱਗਾ। ਮੇਰਾ ਅੱਗਾਂ ਗੱਲ ਤੋਰਨ ਦਾ ਹੌਸਲਾ ਨਾ ਪਿਆ, ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ ਕਿ ਵਹਿਮੀਆਂ ਨਾਲ ਮੁਕਾਬਲਾ ਅਕਲ ਭੁੱਲ ਕਰੇਣ। ਮਤਲਬ ਜੋ ਲੇਖਕ ਹੈ ਉਸਨੇ ਜਦੋਂ ਤਾਏ ਮਨਸਾ ਰਾਮ ਨੂੰ ਗੁੱਸੇ ਵਿੱਚ ਦੇਖਿਆ ਤਾਂ ਉਸਨੇ ਅੱਗੇ ਹੋਰ ਕੋਈ ਗੱਲ ਕਰਨੀ ਠੀਕ ਨਹੀਂ ਸਮਝੀ ਅਤੇ ਉਸਨੂੰ ਇੱਕ ਕਹਾਵਤ ਜੋ ਹੈ ਉਹ ਚੇਤੇ ਆ ਰਹੀ ਸੀ ਕਿ ਵਹਿਮੀਆਂ ਦੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ। ਇਸ ਤੋਂ ਬਾਅਦ ਕਹਿੰਦੇ ਕੋਈ 5 ਸਾਲ ਲਈ ਕਈ ਦਰਜਨਾਂ ਥਰਮਾਮੀਟਰ ਭੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਵਹਿਮ ਤਾਂ ਲੱਥਾ, ਪਰ ਕਈ ਹੋਰ ਆ ਚਿੰਬੜੇ। ਕਹਿੰਦੇ ਥਰਮਾਮੀਟਰ ਜੋ ਸੀ ਉਸਨੇ ਭੰਨ ਕੇ ਪਰ ਉਹਦੇ ਵਹਿਮ ਤਾਂ ਲੱਥੇ, ਪਰ ਹੋਰ ਵੀ ਕਈ ਜਿਹੜੇ ਵਹਿਮ ਸੀ ਉਹ ਵੀ ਉਹਨੂੰ ਆ ਚਿੰਬੜੇ ਸੀ। ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ। ਤਾਏ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਪਸੰਦੇ ਨੇ ਹੱਥ ਮਿਲਾ ਲੈਣੇ ਤਾਂ ਕੀਟਾਣੂ ਝਾੜਨ ਲਈ ਅੱਧਾ ਘੰਟਾ ਸਾਬਣ ਮਲ ਕੇ ਹੱਥ ਧੋਈ ਜਾਣੇ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਕਿ ਆਪਾਂ ਕਿਸੇ ਦੇ ਨਾਲ ਹੱਥ ਨਹੀਂ ਮਿਲਾਣੇ ਕਿਉਂਕਿ ਕੋਵਿਡ ਹੈ, ਆਪਾਂ ਕਿਸੇ ਅਜਿਹੀ ਚੀਜ਼ ਨੂੰ ਨਹੀਂ ਛੂਹਣਾ ਜਿੱਥੇ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਛੂਹਿਆ ਹੋਵੇ। ਤਾਂ ਇਸ ਤਰ੍ਹਾਂ ਇਹ ਭਾਵੇਂ ਤਾਏ ਮਨਸੇ ਦਾ ਵਹਿਮ ਸੀ, ਪਰ ਅਸਲ ਵਿੱਚ ਗੱਲ ਇਹੀ ਹੈ ਕਿ ਆਪਾਂ ਨੂੰ ਸੱਚੀ ਮੁੱਚੀ ਕਿਸੇ ਅਜਿਹੀ ਚੀਜ਼ ਨੂੰ ਨਹੀਂ ਛੂਹਣਾ ਚਾਹੀਦਾ ਜਿੱਥੇ ਬਹੁਤ ਸਾਰੇ ਲੋਕਾਂ ਦੇ ਹੱਥ ਲੱਗੇ ਹੋਣ। ਤਾਂ ਇਸ ਤਰ੍ਹਾਂ ਜਦੋਂ ਤਾਇਆ ਵੀ ਕਹਿੰਦੇ ਕਿਸੇ ਅਜਿਹੀ ਚੀਜ਼ ਨਾਲ ਹੱਥ ਮਿਲਾ ਲੈਂਦਾ ਸੀ ਨਾ ਤਾਂ ਉਹ ਅੱਧਾ ਘੰਟਾ ਉਹਨੂੰ ਐਂ ਲੱਗਦਾ ਸੀ ਕਿ ਮੇਰੇ ਹੱਥਾਂ ਨੂੰ ਬਹੁਤ ਸਾਰੇ ਕੀਟਾਣੂ ਲੱਗ ਗਏ। ਤਾਂ ਅੱਧਾ ਘੰਟਾ ਕਹਿੰਦੇ ਸਾਬਣ ਦੇ ਨਾਲ ਉਹ ਮਲ ਕੇ ਆਪਣੇ ਹੱਥ ਧੋਂਦਾ ਰਹਿੰਦਾ ਸੀ। ਅਤੇ ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸਾ ਰਾਮ ਨੇ ਹਾਰ ਤੇਰੇ ਦੀ ਆਖਣਾ ਅਤੇ ਵਿਛੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ। ਮਤਲਬ ਇਹ ਸਾਰਾ ਕੁਝ ਨਾ ਜਿਵੇਂ ਅੱਜ ਕੱਲ੍ਹ ਦੀ ਸਿਚੁਏਸ਼ਨ ਜੋ ਚੱਲ ਰਹੀ ਹੈ ਉਸ ਦੇ ਉੱਤੇ ਲਾਗੂ ਹੋ ਰਿਹਾ ਹੈ ਕਿ ਜਿਵੇਂ ਆਪਾਂ ਕਿਸੇ ਨਾਲ ਹੱਥ ਨਹੀਂ ਮਿਲਾਉਂਦੇ, ਕਿਸੇ ਦੀ ਵਰਤੀ ਹੋਈ ਚੀਜ਼ ਨਹੀਂ ਵਰਤਦੇ, ਤਾਂ ਇਸੇ ਤਰ੍ਹਾਂ ਉਹ ਤਾਏ ਨੇ ਵੀ ਉਹ ਕੁਰਸੀ ਜਾਂ ਚਾਰਪਾਈ ਮਤਲਬ ਉਸਦੀ ਜੋ ਮੰਜੀ ਸੀ ਉਸ ਦੇ ਉੱਤੇ ਵੀ ਜੇ ਕੋਈ ਬੈਠ ਕੇ ਵੀ ਚਲਾ ਜਾਂਦਾ ਨਾ ਤਾਂ ਉਹਦੀ ਉਹ ਚਾਦਰ ਜਾਂ ਉਹ ਕੱਪੜਾ ਚੱਕ ਕੇ ਉਹ ਗਰਮ ਪਾਣੀ ਦੇ ਵਿੱਚ ਧੋ ਦਿੰਦਾ ਸੀ। ਚਾਰਪਾਈ ਨੂੰ ਵੀ ਉਹ ਧੁੱਪੇ ਰੱਖ ਕੇ ਸੋਟੇ ਨਾਲ ਝਾੜਨਾ ਸ਼ੁਰੂ ਕਰ ਦਿੰਦਾ ਸੀ ਅਤੇ ਨਾਲ ਬੁੜਬੁੜਾਈ ਜਾਣਾ, ਆ ਗਏ ਤਾਏ ਮਨਸਾ ਰਾਮ ਦੇ ਵੱਡੇ ਮੁਲਾਕਾਤੀ। ਮਤਲਬ ਜੇ ਉਸ ਨੂੰ ਕੋਈ ਮਿਲਣ ਆ ਜਾਂਦਾ ਸੀ ਤਾਂ ਉਹਨੂੰ ਵਹਿਮ ਹੋ ਜਾਂਦਾ ਸੀ ਕਿ ਇਸ ਨੂੰ ਤਾਂ ਬਹੁਤ ਸਾਰੇ ਕੀਟਾਣੂ ਲੱਗੇ ਹੋਣਗੇ, ਤਾਂ ਇਹ ਮੈਨੂੰ ਕਿਉਂ ਮਿਲਣ ਆਉਂਦੇ ਆ ਗਏ ਵੱਡੇ ਮੁਲਾਕਾਤੀ, ਵੀ ਮੈਨੂੰ ਇਹ ਬਹੁਤ ਵੱਡੇ ਲੋਕ ਆ ਗਏ ਮਿਲਣ ਵਾਸਤੇ, ਮੈਨੂੰ ਕੋਈ ਲੋੜ ਨਹੀਂ ਹੈ ਕਿਸੇ ਨਾਲ ਮਿਲਣ ਦੀ। ਤਾਂ ਬਾਹਾਂ ਆਕੜੀਆਂ ਹੋਈਆਂ ਸੀ ਤਾਏ ਦੀਆਂ, ਅਤੇ ਤਾਏ ਨੇ ਫਿਰ ਕੀ ਕੀਤਾ, ਬਾਹਾਂ ਆਕੜੀਆਂ ਹੋਈਆਂ ਮਨਸਾ ਰਾਮ ਦੀਆਂ ਅਤੇ ਇਹਨਾਂ ਦੇ ਮਿਲਣ ਬਿਨਾਂ ਉਹ ਮਤਲਬ ਆਪਣੇ ਆਪ ਨੂੰ ਇਸ ਤਰ੍ਹਾਂ ਕੋਸ ਰਿਹਾ ਸੀ ਕਿ ਮੈਂ ਤਾਂ ਇਹਨਾਂ ਨੂੰ ਮਿਲਣਾ ਨਹੀਂ ਚਾਹੁੰਦਾ, ਪਰ ਫਿਰ ਵੀ ਇਹ ਮੈਨੂੰ ਮਿਲਣ ਦੇ ਲਈ ਆ ਜਾਂਦੇ ਨੇ, ਜਿਵੇਂ ਮੈਂ ਬਾਹਾਂ ਖੋਲ੍ਹ ਕੇ ਇਹਨਾਂ ਨੂੰ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੋਵਾਂ। ਤਾਂ ਬਿਮਾਰੀਆਂ ਦੇ ਕੀਟਾਣੂ
ਇੱਥੇ ਝਾੜ ਕੇ ਤੁਰਦੇ ਹੋਏ। ਮਤਲਬ ਉਹਨਾਂ ਨੂੰ ਇਹ ਕਹਿੰਦਾ ਕਿ ਇਹ ਮੈਨੂੰ ਮਿਲਣ ਆਉਂਦੇ ਹੈ, ਮੇਰੀਆਂ ਕੁਰਸੀਆਂ, ਮੇਰੀਆਂ ਮੰਜੀਆਂ, ਚਾਰਪਾਈ ਮਤਲਬ ਮੰਜੀ, ਇਹ ਮੇਰੇ ਸਾਰਾ ਕੁਝ ਗੰਦਾ ਕਰਕੇ ਚਲ ਜਾਂਦੇ ਆ, ਚਾਦਰਾਂ ਵਗੈਰਾ, ਅਤੇ ਮੈਨੂੰ ਵੀ ਇਹ ਕੀਟਾਣੂਆਂ ਦੇ ਨਾਲ ਲਪੇਟ ਜਾਂਦੇ ਆ। ਤਾਂ ਕਹਿੰਦੇ ਮੈਂ ਇਹਨਾਂ ਨੂੰ ਮਿਲਣਾ ਹੀ ਨਹੀਂ ਚਾਹੁੰਦਾ, ਤਾਂ ਫਿਰ ਵੀ ਇਹ ਮੈਨੂੰ ਮਿਲਣ ਪਤਾ ਨਹੀਂ ਕਿਉਂ ਆਉਂਦੇ ਆ। ਅਤੇ ਕਹਿੰਦੇ ਆਉਂਦੇ ਆ ਤਾਂ ਇਹ ਸਾਰੇ ਕੀਟਾਣੂ ਇੱਥੇ ਸੁੱਟ ਕੇ ਚਲੇ ਜਾਂਦੇ ਆ। ਤਾਂ ਇਸ ਤਰ੍ਹਾਂ ਉਹ ਵਹਿਮਾਂ ਦਾ ਮਾਰਿਆ ਹੋਇਆ ਲੋਕਾਂ ਨੂੰ ਮਿਲਣਾ ਵੀ ਨਹੀਂ ਚਾਹੁੰਦਾ ਹੁੰਦਾ। ਤੁਸੀਂ ਇੱਥੇ ਜੋ ਔਖੇ ਸ਼ਬਦ ਨੇ ਉਹਨਾਂ ਨੂੰ ਵੀ ਦੇਖ ਸਕਦੇ ਹੋ, ਜਿਵੇਂ ਹਮਦਰਦੀ ਦਾ ਅਰਥ ਹੁੰਦਾ ਹੈ ਸਹਾਨੂਭੂਤੀ, ਪਿੰਡਾ ਮਤਲਬ ਸਰੀਰ, ਧਨੰਤਰ ਦੇਵਤਿਆਂ ਦਾ, ਵੈਦ ਅਤੇ ਜਿਹੜਾ ਪੁਰਾਣਾ ਮੁਤਾਬਿਕ ਦੇਵਤਿਆਂ ਅਤੇ ਦੈਂਤਾਂ ਦੇ ਸਮੁੰਦਰ ਰਿੜਕਦੇ ਹੋਏ ਵਿੱਚੋਂ ਨਿਕਲਿਆ ਸੀ। ਚਾਰਪਾਈ ਮਤਲਬ ਮੰਜੀ, ਅਤੇ ਰਾਜ ਮਤਲਬ ਰਹੱਸ, ਕੀਟਾਣੂ ਮਤਲਬ ਜਰਾਸੀਮ ਜਾਂ ਛੋਟੇ ਛੋਟੇ ਕੀੜੇ। ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇਸੇ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ, ਧੁੱਪੇ ਸੁਕਾ ਕੇ ਉਹਦੇ ਉੱਪਰ ਕਿਰਮ ਨਾਸ਼ਕ ਪਾਊਡਰ ਧੂੜਦੇ ਫਿਰਨਾ। ਮਤਲਬ ਉਹ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਉਹ ਧੋ ਕੇ ਧੁੱਪੇ 'ਚ ਸੁਕਾ ਕੇ ਉਹਨਾਂ ਦੇ ਉੱਤੇ ਕੁਛ ਨਾ ਕੁਛ ਛਿੜਕਦਾ ਰਹਿੰਦਾ ਤਾਂ ਕਿ ਕੀਟਾਣੂ ਜੋ ਹਨ ਇੱਥੋਂ ਚਲੇ ਜਾਣ। ਤਾਂ ਇੱਕ ਦਿਨ ਕੀ ਹੋਇਆ ਕਿ ਇੱਕ ਦਿਨ ਤਾਏ ਮਨਸਾ ਰਾਮ ਕੋਲ ਗੁਆਂਢੀਆਂ ਦਾ ਇੱਕ ਜਵਾਕ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ ਹੈ ਜਾਂ ਭਤੀਜਾ ਹੋਵੇਗਾ, ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ। ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਨੂੰ ਕੱਛ ਵਿੱਚ ਨੱਪ ਕੇ ਜਿਉਂ ਲੱਗਾ ਕਿ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਛ ਨਾ। ਮਤਲਬ ਉਹਦੇ ਸਾਹਮਣੇ ਜੇ ਕਿਸੇ ਨੇ ਇੱਕ ਬੱਚੇ ਦਾ ਮੂੰਹ ਵੀ ਚੁੰਮ ਲਿਆ ਤਾਂ ਉਹ ਉਸ ਬੱਚੇ ਨੂੰ ਆਪਣੇ ਕੁੱਛੜ ਦੇ ਵਿੱਚ ਮਤਲਬ ਲੁਕੋ ਕੇ ਅਤੇ ਉਹਦੇ ਮੂੰਹ ਨੂੰ ਇਸ ਤਰ੍ਹਾਂ ਰਗੜਨ ਲੱਗਾ ਕਿ ਬਸ ਪਤਾ ਨਹੀਂ ਕਿੰਨਾ ਗੰਦਾ ਹੋ ਗਿਆ ਹੋਵੇ ਉਸਦਾ ਮੂੰਹ। ਉਹ ਮੁੰਡਾ ਚਿਲਾਏ, ਤੜਫੇ, ਝਾਂਗਰਾ ਮਾਰੇ, ਪਰ ਤਾਇਆ ਮਨਸਾ ਰਾਮ ਕੀਟਾਣੂਆਂ ਨੂੰ ਕਿਵੇਂ ਸੁੱਕਿਆਂ ਜਾਣ ਦਿੰਦਾ। ਉਹਨੇ ਕਰੋੜ ਕੇ ਗੱਲਾਂ ਅਤੇ ਕੰਨਾਂ ਵਿੱਚੋਂ ਲਹੂ ਕੱਢ ਛੱਡਿਆ। ਮਤਲਬ ਕਿ ਉਹ ਮੁੰਡੇ ਨੂੰ ਤਾਏ ਨੇ ਇੰਨਾ ਰਗੜਿਆ ਕਿ ਮੁੰਡੇ ਨੇ ਇੰਨੀਆਂ ਚੀਕਾਂ ਮਾਰੀਆਂ, ਇੰਨਾ ਤੜਫਿਆ, ਇੰਨੀਆਂ ਚਹਾੜਾਂ ਮਾਰੀਆਂ, ਪਰ ਤਾਏ ਮਨਸਾ ਰਾਮ ਨੂੰ ਕਿੱਥੇ ਹੀ ਸੁੱਝਦਾ ਸੀ, ਉਹਨੂੰ ਤਾਂ ਕੀਟਾਣੂਆਂ ਦਾ ਵਹਿਮ ਸੀ। ਤਾਂ ਉਸ ਨੇ ਉਹਨੂੰ ਇੰਨਾ ਕੁ ਰਗੜਿਆ ਕਿ ਉਹਦੀਆਂ ਗੱਲਾਂ ਦੇ ਵਿੱਚੋਂ ਅਤੇ ਉਹਦੀਆਂ ਕੰਨਾਂ ਦੇ ਵਿੱਚੋਂ ਲਹੂ ਕੱਢ ਦਿੱਤਾ। ਤਾਂ ਬੱਚੇ ਦੇ ਤਾਏ ਚਾਚੇ ਝਾਂਗਰਾਂ ਸੁਣ ਕੇ ਲਾਠੀਆਂ ਚੁੱਕੀ ਨੱਸੇ ਆਏ ਅਤੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਕੀਟਾਣੂ ਨਾਸ਼ਕ ਮੁਹਿੰਮ ਤੋਂ ਬਚਾਇਆ। ਅਤੇ ਉਹਨਾਂ ਨੂੰ ਤਾਏ ਮਨਸਾ ਰਾਮ ਦੇ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀ ਕਪਾਲ ਕਿਰਿਆ ਕਰਕੇ ਹੀ ਵਾਪਸ ਮੁੜਦੇ। ਮਤਲਬ ਉਹਨਾਂ ਨੂੰ ਤਾਏ ਬਾਰੇ ਪਤਾ ਸੀ, ਤਾਏ ਦੇ ਸੁਭਾਅ ਬਾਰੇ ਪਤਾ ਸੀ ਕਿ ਇਹ ਬਹੁਤ ਵਹਿਮੀ ਹੈ, ਇਸ ਕਰਕੇ ਹੀ ਇਸਨੇ ਬੱਚੇ ਨੂੰ ਇੰਨਾ ਰਗੜਿਆ। ਜੇ ਉਸ ਨੂੰ ਨਾ ਪਤਾ ਹੁੰਦਾ ਤਾਂ ਫਿਰ ਤਾਂ ਉਹ ਕਪਾਲ ਕਿਰਿਆ ਮਤਲਬ ਉਹਦਾ ਅੰਤ, ਮਤਲਬ ਉਹਨੂੰ ਕੁੱਟ ਕੇ ਚੰਗੀ ਤਰ੍ਹਾਂ ਮਾਰ ਕੇ ਹੀ ਮੁੜਦੇ ਵਾਪਸ। ਤਾਇਆ ਕਈ ਦਿਨ ਇਹ ਰਿਹਾੜ ਕਰਦਾ ਰਿਹਾ, ਵੇਖੋ ਜੀ ਅੱਜ ਕੱਲ੍ਹ ਭਲੇ ਦਾ ਜ਼ਮਾਨਾ ਹੀ ਨਹੀਂ, ਨਾਲੇ ਕਿਸੇ ਦੇ ਜਵਾਕ ਨੂੰ ਜਰਾਸੀਮਾਂ ਤੋਂ ਬਚਾਓ ਅਤੇ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ। ਇਸ ਵਾਕਿਆ ਨਾਲ ਕੀਟਾਣੂਆਂ ਦਾ ਵਹਿਮ ਕੁਝ ਮੱਠਾ ਪੈ ਗਿਆ, ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਹਨੂੰ ਰੁਕਦੇ ਸੀ। ਇਸ ਤਰ੍ਹਾਂ ਮਤਲਬ ਉਹ ਤਾਇਆ ਇਸ ਗੱਲ ਦਾ ਵੀ ਉਹ ਗੁੱਸਾ ਕਰ ਰਿਹਾ ਸੀ ਕਿ ਇੱਕ ਤਾਂ ਮੈਂ ਇਹਨਾਂ ਦੇ ਬੱਚੇ ਨੂੰ ਬਚਾਇਆ ਅਤੇ ਦੂਜੇ ਪਾਸੇ ਇਹ ਮੈਨੂੰ ਹੀ ਕੁੱਟ ਰਹੇ ਨੇ। ਤਾਂ ਇਸ ਤਰ੍ਹਾਂ ਤਾਏ ਦੇ ਵਹਿਮ ਦਾ ਕੋਈ ਇਲਾਜ ਨਹੀਂ ਸੀ। ਉਹਦੇ ਗੁਆਂਢੀ ਵੀ ਉਸ ਤੋਂ ਜਾਣੂ ਸਨ, ਪਰ ਉਹ ਉਸ ਨੂੰ ਕੁਝ ਕਹਿ ਨਹੀਂ ਸਕਦੇ ਸੀ। ਤੁਸੀਂ ਇੰਨਾ ਕੁ ਸੁਣੋ, ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਦਾ ਬਾਕੀ ਭਾਗ ਕਰਾਂਗੇ। ਧੰਨਵਾਦ।